कृषि विकास सहकारी समिति लिमिटेड के सहयोग नाल चमकौर साहिब विखे कृषि प्रोड्यूसर कंपनी लिमिटेड का उद्घाटन रोपड़ के मानयोग डिप्टी कमिश्नर सोनाली गिरी वालों किया गया। इस मौके चीफ खेतीबाड़ी अफसर अवतार सिंह, खेतीबाड़ी डिवेलपमेंट अफसर दविंदर सिंह, सतीश कुमार ਅਤੇ ਹੋਰ ਵੀ ਵੱਖ-ਵੱਖ ਵਿਭਾਗਾਂ ਤੋਂ ਅਫਸਰ ਸਾਹਿਬਾਨ ਮੌਜੂਦ ਸਨ। ਸਟੇਟ ਕੋਆਰਡੀਨੇਟਰ ਸੰਜੀਵ ਕੁਮਾਰ ਨੇ ਕਿਸਾਨਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਕਿਸਾਨ ਵਧੀਆ ਰੇਟ ਤੇ ਆਪਣੀ ਫਸਲ ਕਿਸੇ ਵੀ ਮੰਡੀ ਵਿੱਚ ਵੇਚ ਸਕਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਸੈਂਟਰ ਰਾਹੀਂ ਸਸਤੇ ਬੀਜ, ਖਾਦ, ਦਵਾਈਆਂ ਅਤੇ ਹੋਰ ਵੀ ਸਬਸਿਡੀ ਵਾਲੀਆਂ ਸਕੀਮਾਂ ਮਿਲਣਗੀਆਂ। चमकौर साहिब तो पंजाब टीवी के लिए कुलदीप की रिपोर्ट। तो पहला आप सारिਆਂ ਦਾ बहुत बहुत धन्यवाद करना चाहांगी ਤੇ ਸਾਰਿਆਂ ਨੂੰ ਬਹੁਤ ਹੀ ਜਿਆ ਨੂੰ ਅਸੀਂ ਬਹੁਤ ਸਮੇਂ ਤੋਂ ਚਾਹ ਰਹੇ ਸੀਗੇ ਕਿ ਅਸੀਂ ਰੋਪੜ ਜ਼ਿਲ੍ਹੇ ਦੇ ਹਰ ਬਲਾਕ ਦੇ ਵਿੱਚ ਇਹਦਾ ਦਾ ਇੱਕ ਐਫਪੀਓ ਜ਼ਰੂਰ ਸਥਾਪਿਤ ਕਰੀਏ ਕਿਉਂਕਿ ਜਿਨ੍ਹਾਂ ਨੂੰ ਸ਼ਾਇਦ ਪਤਾ ਹੋਵੇ ਪਹਿਲਾਂ ਇੱਕ ਇੱਥੇ ਕੁਝ ਸਾਲਾਂ ਤੋਂ ਚੱਲ ਰਿਹਾ ਹੈਗਾ ਰੋਪੜ ਬਲਾਕ ਦੇ ਵਿੱਚ ਜਿਹੜਾ ਅੰਬੂਜਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਕਾਫੀ ਜ਼ਿਆਦਾ ਸਫਲ ਵੀ ਹੈ ਤੇ ਕਾਫੀ ਲੋਕਾਂ ਨੂੰ ਉਸ ਦਾ ਫਾਇਦਾ ਵੀ ਮਿਲ ਰਿਹਾ ਹੈ। ਕਾਫੀ ਸਾਲਾਂ ਤੋਂ ਅਸੀਂ ਸੋਚ ਰਹੇ ਸੀਗੇ ਇਦਾਂ ਦੇ ਹੀ ਕੋਈ ਉਪਰਾਲਾ ਸਾਰੇ ਬਲਾਕਾਂ ਦੇ ਵਿੱਚ ਹੋਣਾ ਚਾਹੀਦਾ ਹੈਗਾ ਕਿ ਜਿਹੜੇ ਕਿਸਾਨ ਉਸ ਬਲਾਕ ਦੇ ਵਿੱਚ ਨਹੀਂ ਨੇ ਜਾਂ ਫਿਰ ਉਹਨਾਂ ਨੂੰ ਜਾਣਕਾਰੀ ਨਹੀਂ ਪਹੁੰਚ ਰਹੀ ਉਹਨਾਂ ਦੇ ਵਾਸਤੇ ਹੱਥ ਦੇ ਵਿੱਚ ਇੱਕ ਵੱਡਾ ਕੋਈ ਕੰਮ ਕਰਨ ਦਾ, ਇੱਕ ਸਾਂਝਾ ਕੰਮ ਕਰਨ ਦਾ ਕੋਈ ਇੱਕ ਪਲੇਟਫਾर्म मिले, एक कोई ऐसा अदारा मिले। तो आज मैंने ये मान हो रहा है, खुशी हो रही है कि नाबार्ड के 5 ਜਿਹੜੇ ਐਫਪੀਓ ਨੇ ਰੋਪੜ ਜ਼ਿਲ੍ਹੇ ਦੇ ਬਲਾਕਾਂ ਨੂੰ ਮਿਲੇ ਨੇ। ਹਰ ਇੱਕ ਬਲਾਕ ਦੇ ਵਿੱਚ ਇੱਕ ਐਫਪੀਓ ਜਿਵੇਂ ਆਪਦੇ ਵਾਸਤੇ ਇੱਥੇ ਮੱਕੀ ਲੈ ਕੇ ਚੱਲ ਰਹੇ ਨੇ, ਸਾਥ ਹੀ ਨੂਰਪੁਰ ਬੇੜੀ ਦੇ ਵਿੱਚ ਸਬਜ਼ੀਆਂ ਤੇ ਹਾਰਟੀਕਲਚਰ ਦੇ ਵਾਸਤੇ ਵੀ ਉਹ ਲੈ ਕੇ ਚੱਲ ਰਹੇ ਨੇ ਜਿੱਥੇ ਸੈਕਟਰ ਸਕੂਲਸ ਵਗੈਰਾ ਦਾ ਵੀ ਹੋਏਗਾ। ਇਸੇ ਤਰੀਕੇ ਨਾਲ ਹੋਰ ਆਗੇ ਇਲਾਕਿਆਂ ਦੇ ਵਿੱਚ ਵੀ ਚੱਲ ਰਿਹਾ ਹੈ। ਜੋ ਮੈਨੂੰ ਇਹ ਲੱਗਦਾ ਹੈਗਾ ਕਿ ਜਿਵੇਂ ਅਸੀਂ ਬਾਰ-ਬਾਰ ਕਹਿੰਦੇ ਨੇ ਕਿਸਾਨਾਂ ਨੂੰ ਹੁਣ ਜਿਵੇਂ ਸਾਰਿਆਂ ਨੂੰ ਪਤਾ ਹੈਗਾ, ਮੈਂ ਤਾਂ ਬਹੁਤ ਕਹਿ ਸਕਦੀ ਹਾਂ ਕਿ ਕੁਝ ਜ਼ਿਆਦਾ ਇਸ ਦੇ ਅੰਦਰ ਨਹੀਂ ਕਹਿ ਸਕਦੀ। ਜਿਵੇਂ ਸਾਰਿਆਂ ਨੂੰ ਪਤਾ ਹੈ ਮੰਡੀ ਦੇ ਵਿੱਚ ਜਿਹੜੀ ਕਣਕ ਤੇ ਜਿਹੜੀ ਜੀਰੀ ਦੀ ਫਸਲ ਹੈ ਉਸ ਦੇ ਪਿੱਛੇ ਹੀ ਸਾਰੇ ਲੋਕ ਰੁੱਝ ਜਾਂਦੇ ਨੇ। ਕਈ ਵਾਰ कर्जा लेके भी अपना गुजारा नहीं हो पाता, लेकिन इस तरह के जेड़े हुण नवे एफपीओ आ रहे ने इस दे विच मेन मकसद मेन फोकस इन्हां दा यही है कि जेड़ा सरकार तो वध तो वध जिस दे विच क्रेडिट लोनिंग स्कीम है इसके अंदर अपना बिजनेस पूरा अपने पैरों पे खड़ा करने का जेड़ा ये सपोर्ट है जो सीधे तौर पे ही किसानों वही इसकी पूरी जिम्मेवारी चुकेगा। तो ये पूरा जिन्हें कह सकते हैं जो भी आप कमाएंगे, जो भी इसके अंदर आप सरकार की जो क्रेडिट लोनिंग स्कीम है उसका जो भी फायदा आपको मिलेगा सीधा आप ही का होएगा और किसी का इसके अंदर कोई दखलंदाजी नहीं होगी, जो एक बहुत बड़ी गल है। यही असी कई साल तो चाह रहे सीगे मंडी के विच भी मंडीकरण के विच भी यही साडा मकसद सीगा पहले कि जिस सीधे किसान को अपनी फसल की खरीद मिले उस दे विच किथे कोई कट ना लगे। आज मैनू एक खुशी हो रही है कि इन्हां दा आज दफ्तर इत्थे स्थापित हो रहा है ताकि जेडे 111 किसान पहले ही जुड़ चुके हैं इन्हां दे नाल, जो बहुत ही चंगी गल है कि बहुत छोटे समय दे विच काफी लोगों दे विच इन्हां ने शिरकत की है, काफी लोगों को समझाया, अपने नाल जोड़िया है। तो मैं चाहांगी कि जेडे 111 लोग ने ये होर आगे अपने आस-पास जेडे किसान ने अपने नाल जेडे जुड़े हुए हैं उन्हां ने भी नाल लेके एक 300 का मिनिमम टारगेट हुंदा हैगा ਜਿਹੜੇ ਇਸ ਸਕੀਮ ਨੂੰ ਜਿਹੜੇ ਇਸਕੇ ਬੈਨੀਫਿਟ ਹੈ ਜਿਹੜੇ ਫਾਇਦੇ ਨੇ ਉਹ ਲੈਣ ਵਾਸਤੇ। ਤੇ 300 ਕਿਸਾਨਾਂ ਦਾ ਗਰੁੱਪ ਬਹੁਤ ਜਲਦੀ ਹੀ ਮੁਕੰਮਲ ਹੋ ਜਾਣਾ ਹੈ ਤਾਂ ਕਿ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਇਸ ਦਾ ਪੂਰੇ ਤਰੀਕੇ ਨਾਲ ਨਾਬਾਰਡ ਨੂੰ ਕੇਸ ਬਣਾ ਕੇ ਦੇ ਸਕੀਏ ਤਾਂ ਕਿ ਇਸ ਨੂੰ ਮੇਰੇ ਖਿਆਲ ਸੇ ਕਰੋੜਾਂ ਰੁਪਏ ਦੀ ਜਿਹੜੀ ਗ੍ਰਾਂਟ ਹੈ ਇਸ ਦੇ ਵਿੱਚ ਮਿਲਦੀ ਹੈ ਔਰ ਸਿੱਧਾ ਫਾਇਦਾ ਆਪ ਨੂੰ ਹੋਵੇਗਾ, ਸਿੱਧਾ ਫਾਇਦਾ ਇਸ ਏਰੀਆ ਦੀ ਜਿਹੜੇ ਜ਼ਿਮੀਦਾਰ ਨੇ, ਜਿਹੜੇ ਕਿਸਾਨ ਨੇ, ਜਿਹੜੇ ਖੇਤੀਬਾੜੀ महकमे की सहयोग नाल असी बार-बार कोशिश करते हैं कि कुछ इन्हां दा कोई लेके आइए ताकि जिहड़ी आमदन है वो बढ़ सके। शायद आप में से काफी लोगों को पता होवे जिहड़ा रोपड़ ब्लॉक का जब शुरू है सीगा उत्थे जिहड़ा चल रहा है पहला तो कई सालों तो उत्थे आज की खड़ी हुई है मेरे ख्याल से 4 लोग उत्थे रोपड़ ब्लॉक है उत्थे तुसी यकीन मानो
ਉੱਥੇ 1 ਕਰੋੜ ਤੋਂ ਉੱਪਰ ਦਾ ਟਰਨਓਵਰ ਹੈ ਜਿਹੜਾ ਉਹ ਲੈ ਰਹੇ ਨੇ ਫਾਇਦਾ ਉਸ ਐਫਪੀਓ ਦਾ। ਤੇ ਅਭੀ ਫਿਰ ਵੀ ਹੋਰ ਗਰੋਥ ਕਰਨ ਦਾ ਉਹਨਾਂ ਦੇ ਚਾਂਸ ਹੈਗੇ। ਇसी ਤਰੀਕੇ ਤੋਂ ਇੱਥੇ ਵੀ ਜਿਹੜੇ ਕਿਸਾਨ ਇਹ ਮੱਕੀ ਦੀ ਫਸਲ ਦਾ ਐਫਪੀਓ ਬਣਾ ਰਹੇ ਨੇ, ਤੁਸੀਂ ਸੋਚ ਸਕਦੇ ਹੋ ਕਿ ਕਰੋੜ 2 ਕਰੋੜ ਦਾ ਟਰਨਓਵਰ ਕੁਝ ਹੀ ਸਾਲਾਂ ਦੇ ਵਿੱਚ ਜੇਕਰ ਸਾਰੇ ਲੋਕ ਮਨ ਲਗਾ ਕੇ ਕੰਮ ਕਰੀਏ, ਜੇਕਰ ਸਾਰੇ ਲੋਕ ਇਸ ਦੇ ਵਿੱਚ ਆਪਣੀ ਸਾਂਝੀ ਜ਼ਿੰਮੇਵਾਰੀ ਸਮਝ ਕੇ ਕੰਮ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਇਸ ਦੇ ਵਿੱਚ 2-3 ਸਾਲਾਂ ਦੇ ਵਿੱਚ ਇਹ ਟਰਨਓਵਰ ਤੁਹਾਡੇ ਸਾਰਿਆਂ ਦੇ ਆਮਦਨੀ ਦੇ ਵਿੱਚ ਆਏਗਾ। ਇਹ ਜਿਹੜੀ ਆਮਦਨ ਹੈਗੀ ਇੱਕ ਘਰ ਦੀ ਉਹ ਵਧੇਗੀ। ਔਰ ਜਿਹੜੇ ਜਿਹੜੀ ਉਹ ਕਣਕ ਦਾ ਸਾਈਕਲ ਹੈ ਜਿਹੜੇ ਮੰਡੀਕਰਨ ਦੇ ਵਿੱਚ ਕਾਫੀ ਕਿਸਾਨ ਜਿਹੜੇ ਹੈਗੇ ਪਰੇਸ਼ਾਨ ਹੁੰਦੇ ਨੇ, ਉਹਨਾਂ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਉਹਨਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੂਗਾ। ਤੇ ਅਗਰ ਕਿਸੇ ਦੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਹੋਵੇ, ਕੋਈ ਵੀ ਪਰੇਸ਼ਾਨੀ ਹੋਵੇ, ਤੁਹਾਡੇ ਚੀਫ ਸਾਹਿਬ ਇੱਥੇ ਖੜੇ ਹੋਏ ਨੇ, ਤੁਹਾਡੇ ਐਫਪੀਓ ਦੇ ਜਿਹੜੇ ਮੈਨੇਜਰ ਸਾਹਿਬ ਨੇ ਉਹ ਉੱਥੇ ਖੜੇ ਹੋਏ ਨੇ, ਨਾਬਾਰਡ ਦੇ ਵੀ ਕਾਫੀ ਲੋਕ ਆ ਕੇ ਇੱਥੇ ਤੁਹਾਡੇ ਨਾਲ रूबरू ਗੱਲ ਕਰਾਂਗੇ। ਤੇ ਮੇਰੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ आपके लिए खुले हैं, क्योंकि सब तो ज़्यादा ਅਸੀਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਕਿਸਾਨੀ ਸਭ ਤੋਂ ਪਹਿਲੇ ਆਸੇ 30-35 ਸਾਲਾਂ ਤੋਂ ਪੂਰੇ ਦੇਸ਼ ਦੇ ਵਿੱਚ ਇੱਕ ਜਿਵੇਂ ਕਹਿ ਸਕਦੇ ਸਿੱਕਾ ਜੰਮਿਆ ਸੀਗਾ ਪੰਜਾਬ ਦਾ ਕਿਸਾਨੀ ਦਾ। ਹੁਣ ਕਿਵੇਂ ਕਰਕੇ ਥੋੜਾ ਸਾ ਕਈ ਕਾਰਨ ਤੋਂ ਕਈ ਪਰੇਸ਼ਾਨੀਆਂ ਤੋਂ ਅਸੀਂ ਪਿੱਛੇ ਜਾ ਰਹੇ ਨੇ। ਇਹ ਫਿਰ ਵਾਪਸ ਅਸੀਂ ਇਹ ਕਦਮ ਚੱਕਣਾ ਹੈ ਕਿ ਕਿਸਾਨ ਦੇ ਵਿੱਚ ਚਾਹੇ ਉਹ ਕਿਸੇ ਵੀ ਤਰੀਕੇ ਦੀ ਫਸਲ ਹੋਵੇ, ਪੰਜਾਬ ਦਾ ਕਿਸਾਨ जितना मेहनत का शेर जितना ज़्यादा मेहनत कर रहा है उससे ज़्यादा वो मेहनत का फल लेना भी जानता है। इसी वजह से आप लोग की थोड़ी सी मेहनत, थोड़ा सा उपराला मैंने लग रहा है आगे आने वाले इरादे बहुत सारे इस तरीके से एफपीओ हर साल जारी कर देगी भारत सरकार। जेकर साडा ये उपराला कामयाब होया यकीन मान लो उन्होंने कमी नहीं रखनी, उन्होंने इस तरह के एफपीओ रूपनगर जिले में होर देने ਹੋਰ ਤਰੀਕੇ ਦੀ ਅਸੀਂ ਹੋਰ ਤਰੀਕੇ ਦੇ ਜਿਹੜੇ ਹੋਰ ਆਪਣੀ ਹੋਰ ਫਸਲਾਂ ਹੈਗੀ ਉਹਨਾਂ ਦੇ ਵਾਸਤੇ ਵੀ ਐਫਪੀਓ ਸਾਨੂੰ ਆਗੇ ਮਿਲ ਸਕਦਾ ਹੈ ਜੇਕਰ ਅਸੀਂ ਕਰਕੇ ਦਿਖਾਈਏ ਕਿ ਸਾਡੇ ਹੱਥ ਦੇ ਵਿੱਚ ਇਹ ਕੰਮ ਵਧੀਆ ਤਰੀਕੇ ਨਾਲ ਅਸੀਂ ਚਲਾਉਣ ਦਾ ਜਜ਼ਬਾ ਰੱਖਦੇ ਨੇ। ਤੇ ਅੱਜ ਆਪ ਸਾਰਿਆਂ ਨੂੰ ਮੈਂ ਫਿਰ ਵਾਪਸ ਧੰਨਵਾਦ ਦੇਣਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਉਹ ਪਹਿਲੇ ਜਿਵੇਂ ਕਹਿੰਦੇ ਪਹਿਲੇ ਬੈਚ ਹੈ, ਪਹਿਲਾ ਜੱਥਾ ਹੈਗਾ ਜਿਹੜਾ ਇਹ ਮੁਹਿੰਮ ਚੱਕ ਰਿਹਾ ਹੈਗਾ ਚਮਕੌਰ ਸਾਹਿਬ ਦੇ ਵਿੱਚ ਇੱਕ ਕਿਸਾਨੀ ਨੂੰ एक वापस एक नवी शक्ल देने के रूप में जिसको सीधा फायदा आपके एरिया ਦੇ ਵਿੱਚ ਤੁਹਾਡੇ ਪਰਿਵਾਰਾਂ ਦੇ ਵਿੱਚ ਮਿਲੂਗਾ ਤੇ ਇਸ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੋਰ ਕਿਸੇ ਚੀਜ਼ ਤੋਂ ਨਹੀਂ ਹੋ ਸਕਦੀ। ਧੰਨਵਾਦ। लेकिन आने वाले समय ਦੇ ਵਿੱਚ ਜਦੋਂ ਅਸੀਂ ਆਪਣੇ ਮੈਂਬਰਸ ਦੀ ਗਿਣਤੀ ਵਧਾ ਲੈਂਦੇ ਆ, ਜਦੋਂ ਸਾਡੇ ਕੋਲ ਮੈਂਬਰਾਂ ਦੀ ਗਿਣਤੀ ਵੱਧ ਜਾਏਗੀ ਤਾਂ ਅਸੀਂ ਆਪਣੀ ਉਪਜ ਨੂੰ ਆਪਣੇ ਹਿਸਾਬ ਦੇ ਨਾਲ ਵੇਚਾਂਗੇ। ਅਸੀਂ ਆਪਣੀ ਉਪਜ ਦੀ ਖਪਤ ਦੇ ਲਈ ਜਿਹੜੀ ਮਾਰਕੀਟ ਹੈ ਉਹ ਇੱਥੇ ਹੀ ਤਿਆਰ ਕਰਾਂਗੇ। ਮੰਨ ਲਓ ਤੁਸੀਂ ਮੱਕੀ ਬੀਜਦੇ ਹੋ, ਮੱਕੀ ਦੇ ਲਈ ਪ੍ਰੋਸੈਸਿੰਗ ਪਲਾਂਟ ਹੈ ਜਿਹੜਾ ਉਹ ਸਾਡੀ ਜਿਹੜੀ ਐਫਪੀਓ ਹੈ ਜਿਹੜਾ ਸਾਡਾ ਸੰਗਠਨ ਹੈ ਉਹ ਇੱਥੇ ਇੱਕ ਪ੍ਰੋਸੈਸਿੰਗ ਪਲਾਂਟ ਲਾਏਗਾ। ਉਸ ਪਲਾਂਟ ਦਾ ਕੰਮ ਹੋਏਗਾ ਕਿ ਮੱਕੀ ਨੂੰ ਘੱਟ ਤੋਂ ਘੱਟ ਜਿਹੜਾ ਸਮਰਥਨ ਮੁੱਲ ਹੈ ਉਹਦੇ ਤੇ ਖਰੀਦਿਆ ਜਾਏਗਾ। ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਲਾਭ ਜਿਹੜਾ ਸਾਨੂੰ ਕਿਸਾਨਾਂ ਨੂੰ ਮਿਲੇਗਾ। ਤੇ ਹੁਣ ਮੈਂ ਬੇਨਤੀ ਕਰਾਂਗਾ ਅਮਿਤ ਜੀ ਨੂੰ ਜਿਹੜੇ ਕਿ CEO ਨੇ ਉਹ ਆ ਕੇ ਤੁਹਾਨੂੰ ਹੋਰ ਇਸ ਸੰਬੰਧ ਦੇ ਵਿੱਚ ਜਾਣਕਾਰੀ ਦੇਣਗੇ। ਅਮਿਤ ਜੀ। ਐਫਪੀਓ ਬਣਾਉਣ ਦਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜਾ ਕਿ 2024 ਤੱਕ 10,000 ਐਫਪੀਓ ਬਣਾਉਣੇ ਪੂਰੇ ਪੰਜਾਬ ਦੇ ਮਤਲਬ ਪੂਰੇ ਇੰਡੀਆ ਦੇ ਵਿੱਚ। ਐਫਪੀਓ ਦਾ ਮੇਨ ਕੰਮ ਹੈ ਕਿ ਕਿਸਾਨਾਂ ਦਾ ਇੱਕ ਗੱਠ ਬਣਾ ਕੇ ਉਹਨਾਂ ਦੀ ਉਪਜ ਜਿਹੜੀ ਆ ਉਹ ਨੈਸ਼ਨਲ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ 'ਤੇ ਉਹਨਾਂ ਨੂੰ ਮਾਰਕੀਟਿੰਗ ਕਰਨੀ ਉਹਨਾਂ ਦੀ। ਦੂਸਰੀ ਆ ਜਾਂਦੀ ਹੈ ਉਹਨਾਂ ਨੂੰ ਸਮਾਨ ਜਿਹੜਾ ਸਸਤੇ ਰੇਟ 'ਤੇ ਪ੍ਰੋਵਾਈਡ ਕਰਨਾ ਅਤੇ ਜਿਹੜਾ ਸਮਾਨ ਹੈ ਉਹਦੀ ਕੁਆਲਿਟੀ ਵਧੀਆ ਹੋਵੇ। ਜਿੱਦਾਂ ਤੁਸੀਂ ਕਈ ਵਾਰੀ ਚਲੇ ਜਾਂਦੇ ਹੋ ਦੁਕਾਨਾਂ 'ਤੇ ਚਲੇ ਜਾਂਦੇ ਹੋ, ਤੁਹਾਨੂੰ ਖਾਦ ਯੂਰੀਆ ਲੈਣ ਜਾਂਦੇ ਹੋ ਅਤੇ ਉੱਥੇ ਯੂਰੀਆ ਨਹੀਂ ਮਿਲਦੀ, ਦੁਕਾਨਦਾਰ ਤੁਹਾਨੂੰ ਕੋਈ ਹੋਰ ਦਵਾਈ ਦੇ ਦਿੰਦਾ। ਜਿਹੜੇ ਤੁਹਾਨੂੰ 300 ਰੁਪਏ ਦੀ ਜਿਹੜੀ ਚੀਜ਼ ਮਿਲਣੀ ਉਹਦੀ ਥਾਂ 'ਤੇ ਤੁਸੀਂ 600 ਰੁਪਏ ਦੀ ਚੀਜ਼ ਲੈ ਕੇ ਆ ਜਾਂਦੇ ਜੇ, ਤੁਹਾਡੀ ਜੇਬ 'ਚ ਐਕਸਟਰਾ ਪੈਸੇ ਚਲੇ ਜਾਂਦੇ ਨੇ। ਇਹਦੇ ਵਿੱਚ ਇਹ ਹੋਏਗਾ ਕਿ ਇੱਕ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦਾ ਇੱਕ ਆਪਾਂ ਡਿਮਾਂਡ ਲਵਾਂਗੇ, ਇੱਕ ਸਟੋਕ ਉਹਨਾਂ ਦਾ ਪ੍ਰੋਪਰ ਰਿਜ਼ਰਵ ਰੱਖਿਆ ਜਾਏਗਾ ਜਿਹਦੇ ਵਿੱਚ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਘਾਟ ਨਹੀਂ ਆਏਗੀ। ਉਹਨਾਂ ਨੂੰ ਜਿਸ ਟਾਈਮ ਉਹਨਾਂ ਦੀ ਡਿਮਾਂਡ ਹੋਏਗੀ ਉਹਨਾਂ ਤੋਂ ਪਹਿਲੇ ਪੁੱਛ ਲਿਆ ਜਾਏਗਾ, ਫਿਰ ਉਹਨਾਂ ਨੂੰ ਉਹ ਚੀਜ਼ ਪ੍ਰੋਵਾਈਡ ਕਰਵਾਈ ਜਾਏਗੀ।
ਔਰ ਉਹ ਹੀ ਸਿੱਧਾ ਮੈਨੂਫੈਕਚਰਰ ਕੋ ਆਏਗੀ। ਕੋਈ ਇਹਦੇ ਵਿੱਚ ਉਹ ਨਹੀਂ ਹੋਏਗਾ, ਮਾਰਜਨ ਨਹੀਂ ਹੋਏਗਾ, ਕੋਈ ਕੁਝ ਨਹੀਂ ਹੋਏਗਾ, ਕੁਆਲਿਟੀ ਵੀ ਵਧੀਆ ਹੋਏਗੀ, ਸਾਰਾ ਕੁਝ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਏਗਾ। ਦੂਸਰੀ ਇਹਦੀ ਫੈਸਿਲਿਟੀ ਇਹ ਆ ਜਾਂਦੀ ਹੈ ਕਿ ਜਿੱਦਾਂ ਤੁਸੀਂ ਇੰਡੀਵਿਜੂਅਲ ਬੰਦਾ ਹੈ, ਇਕੱਲਾ ਬੰਦਾ ਜਾਂਦਾ ਹੈ ਆਪਣੇ ਖੇਤੀਬਾੜੀ ਮਹਿਕਮੇ 'ਚ ਕਿ ਮੈਨੂੰ ਇਹ ਸੰਦ ਚਾਹੀਦਾ, ਮੈਨੂੰ ਸਬਸਿਡੀ ਚਾਹੀਦੀ ਹੈ, ਉਹਨੂੰ ਉਹ ਚੀਜ਼ ਦੀ ਸਬਸਿਡੀ 50% ਦੇ ਹਿਸਾਬ ਨਾਲ ਮਿਲਦੀ ਹੈ। ਜੇ ਤੁਸੀਂ FPO ਦੇ ਮੈਂਬਰ ਬਣਦੇ ਹੋ, ਇੱਕ ਗਰੁੱਪ ਦੇ ਵਿੱਚ ਤੁਹਾਨੂੰ ਜਿਹੜੀ ਸਬਸਿਡੀ ਹੈ ਉਹ 85% ਤੱਕ ਸਬਸਿਡੀ ਮਿਲ ਜਾਂਦੀ ਹੈ। ਉਹਦੇ ਥਰੂ ਤੁਸੀਂ ਕੋਈ ਵੀ ਸੰਦ ਲੈ ਸਕਦੇ ਹੋ, ਜਿੰਨਾ ਮਰਜ਼ੀ ਮਹਿੰਗਾ ਹੋਏ, ਉਹ 85% ਸਬਸਿਡੀ ਗਰੁੱਪ ਨੂੰ ਮਿਲਣੀ ਹੀ ਮਿਲਣੀ ਹੈ। ਠੀਕ ਹੈ ਜੀ। ਤੀਸਰਾ ਫਾਇਦਾ ਤੁਹਾਨੂੰ ਇਹ ਹੋ ਜਾਂਦਾ ਹੈ ਕਿ ਜਿੱਦਾਂ ਤੁਸੀਂ ਆਪਣੀ ਜਿੰਸ ਨੂੰ ਉਹਨਾਂ ਨੇ ਦੱਸਿਆ ਸਰ ਨੇ ਕਿ ਆਪਣੀ ਜਿੰਸ ਜਿਹੜੀ ਪੈਦਾਵਾਰ ਕਰਦੇ ਹੋ, ਤੁਹਾਨੂੰ ਉਹਦੀ ਜਿਹੜੀ ਮਾਰਕੀਟਿੰਗ ਹੈ ਉਹ FPO ਦੇ ਜਿਹੜੇ ਸਾਡੇ ਮਾਰਕੀਟਿੰਗ ਹੈਡ ਹੋਣਗੇ ਉਹ ਤੁਹਾਡੀ ਹੈਲਪ ਕਰਨਗੇ, ਤੁਹਾਨੂੰ ਦੱਸਣਗੇ ਸਾਰੇ ਕਿ ਇਹ ਮਾਰਕੀਟ ਦੇ ਵਿੱਚ ਇਹ ਰੇਟ ਚੱਲ ਰਿਹਾ, ਇਹ ਮਾਰਕੀਟ ਦੇ ਵਿੱਚ ਇਹ ਰੇਟ ਚੱਲ ਰਿਹਾ। ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਉਹਨੂੰ ਕਿਹੜੇ ਹਿਸਾਬ ਨਾਲ ਤੇ ਕਿਹੜੇ ਵੇਚਣਾ ਹੈ। ਠੀਕ ਹੈ। ਚੌਥਾ ਇਹ ਹੁੰਦਾ ਹੈ ਕਿ ਆਪਾਂ ਨੂੰ ਜਿੱਦਾਂ ਕੋਈ ਪ੍ਰੋਸੈਸਿੰਗ ਪਲਾਂਟ ਲਾਉਣਾ ਹੋਵੇ ਕਿਸੇ ਵੀ ਤਰੀਕੇ ਦਾ, ਮੰਨ ਲਓ ਜਿੱਦਾਂ ਆਪਾਂ ਕੈਨਿੰਗ ਦੀ ਆਪਣੀ ਮੱਕੀ ਦੀ ਕੈਨਿੰਗ ਕਰ ਲੈਂਦੇ ਆ, ਉਹਨੂੰ ਮੱਕੀ ਨੂੰ ਕੈਨ ਦੇ ਵਿੱਚ ਪਾ ਕੇ ਅੱਗੇ ਸਪਲਾਈ ਕਰਦੇ ਆ, ਜਿਵੇਂ ਮਾਰਕੀਟ ਵਾਲੇ ਏਜੰਸੀ ਹੋ ਗਈ, ਉਹਨਾਂ ਦੇ ਨਾਲ ਆਪਾਂ ਕੰਟੈਕਟ ਕਰ ਲੈਂਦੇ ਆ, ਸਿੱਧੀ ਕੈਨਿੰਗ ਉਹਨਾਂ ਨੂੰ ਦੇ ਦਿੰਦੇ ਆ ਆਪਣਾ ਬ੍ਰਾਂਡ ਲਾ ਕੇ ਕਿ ਤੁਹਾਡਾ ਬ੍ਰਾਂਡ ਬਣ ਜਾਏਗਾ। ਠੀਕ ਹੈ। ਉਹ ਬ੍ਰਾਂਡ ਨੂੰ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਰੇਟ ਤੈਅ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਕੋਈ ਵੀ ਘਾਟਾ ਨਹੀਂ ਹੈਗਾ, ਕਿਸਾਨਾਂ ਦੀ ਸੰਸਥਾ ਹੈ, ਕਿਸਾਨਾਂ ਨੇ ਹੀ ਇਹਨੂੰ ਚਲਾਉਣਾ ਹੈ। ਜਿਹੜੀਆਂ ਸਬਸਿਡੀਆਂ ਵਗੈਰਾ ਮਿਲਣੀਆਂ ਉਹ ਸਾਰੀਆਂ ਕਿਸਾਨਾਂ ਨੂੰ ਮਿਲਣੀਆਂ। ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਬਸਿਡੀਆਂ ਨੇ ਉਹ ਸਾਰੀਆਂ ਕਿਸਾਨਾਂ ਨੂੰ ਹੀ ਮਿਲਣੀਆਂ ਔਰ FPO ਦੇ ਥਰੂ ਹੀ ਮਿਲਣੀਆਂ। ਇੰਡੀਵਿਜੂਅਲੀ ਬੰਦਾ ਜੇ ਸਬਸਿਡੀ ਲੈਣ ਜਾਏਗਾ ਨਾ ਉਹਨੂੰ ਬਹੁਤ ਮਹਿੰਗਾ ਪੈ ਜਾਂਦਾ ਉਹ ਕੰਮ। ਜੇ ਤੁਸੀਂ ਗਰੁੱਪ ਦੇ ਵਿੱਚ ਰਹੋਗੇ, ਜਿਹੜਾ ਇੱਕ ਤਾਂ ਸਬਸਿਡੀ ਮਿਲ ਜਾਣੀ ਹੈ, ਦੂਸਰਾ ਸੰਦ ਵੀ ਤੁਹਾਨੂੰ ਪ੍ਰੋਵਾਈਡ ਹੋ ਜਾਣਾ, ਤੀਸਰੀ ਜਿਹੜੀ ਉਹਦੀ ਪੇਮੈਂਟ ਰਹੇਗੀ ਉਹ ਕਿਸਾਨਾਂ ਦੇ ਉੱਤੇ ਕੋਈ ਉਹ ਨਹੀਂ ਹੋਏਗਾ ਕਿ ਕਿਸਾਨ ਨੇ ਤਾਰਨੀ ਹੈ, ਉਹ FPO ਨੇ ਹੀ ਉਹਨੂੰ ਅੱਗੇ ਪੇ ਕਰਨਾ ਸਾਰਾ ਕੁਝ। ਜਿੰਨਾ ਵੀ ਪ੍ਰੋਫਿਟ ਹੋਏਗਾ ਸਾਰਾ ਕਿਸਾਨਾਂ ਦੇ ਵਿੱਚ ਵੰਡਿਆ ਜਾਏਗਾ। ਹੁਣ ਤੁਸੀਂ ਜਿੱਦਾਂ ਕੋਈ ਸਮਾਨ ਲੈਂਦੇ ਜੀ, ਉਹਦੇ ਤੁਹਾਨੂੰ ਜਿਹੜੇ ਮੈਂਬਰ ਨੇ ਉਹਨਾਂ ਨੂੰ ਘੱਟ ਰੇਟ 'ਤੇ ਮਿਲੇਗਾ, ਜੋ ਮਾਰਕੀਟ ਪ੍ਰਾਈਸ ਆਪਣਾ ਮੈਨੂਫੈਕਚਰਰ ਪ੍ਰਾਈਸ ਹੈ। ਜਿਹੜੇ ਦੂਸਰੇ ਬੰਦੇ ਨੇ ਉਹਨਾਂ ਨੂੰ ਤੇ ਜੋ ਮਾਰਕੀਟ ਦਾ ਪ੍ਰਾਈਸ ਹੈ ਉਸੇ ਪ੍ਰਾਈਸ 'ਤੇ ਦਿੱਤਾ ਜਾਏਗਾ ਅਤੇ ਉਹਦੇ ਵਿੱਚ ਜੋ ਵੀ ਆਪਾਂ ਨੂੰ ਪ੍ਰੋਫਿਟ ਆਉਂਦਾ ਉਹ ਸਾਰੇ ਕਿਸਾਨਾਂ ਦੇ ਵਿੱਚ ਹੀ ਵੰਡਿਆ ਜਾਣਾ। ਅਤੇ ਜਿੱਦਾਂ ਕੋਈ ਪ੍ਰੋਸੈਸਿੰਗ ਪਲਾਂਟ ਲੱਗ ਜਾਂਦਾ, ਨੌਕਰੀਆਂ ਵੀ ਜਿੱਥੇ ਪੈਦਾ ਹੋਣਗੀਆਂ, ਪ੍ਰੋਸੈਸਿੰਗ ਪਲਾਂਟ 'ਚ ਜੇ ਆਪਣਾ ਪ੍ਰੋਫਿਟ ਨਿਕਲਦਾ ਜਿੰਨਾ ਵੀ ਉਹ ਵੀ ਸਾਰਾ ਕਿਸਾਨਾਂ ਦੇ ਵਿੱਚ ਵੰਡਿਆ ਜਾਣਾ। ਅਤੇ ਮੇਰੇ ਵੱਲੋਂ ਤਾਂ ਬਸ ਇੰਨਾ ਕਿ ਤੁਹਾਨੂੰ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਨੇ ਉਹ ਇਹਦੇ ਨਾਲ ਜੁੜਨ ਔਰ ਆਪਣਾ ਜਿਹੜਾ ਪ੍ਰੋਫਿਟ ਆ ਉਹ ਕਮਾਉਣ ਜਿੰਨੇ ਵੀ ਹੈਗੇ। ਬਾਕੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਸਾਡੀ ਤਸਵੀਰ ਦੀ ਦੱਸਣਗੇ। ਤਸਵੀਰ 'ਚ ਡਾਇਰੈਕਟਰਸ ਐਜ਼ ਮੈਂਬਰਸ ਇਨਵੋਲਵ ਹੁੰਦੇ ਨੇ ਔਰ ਇਹ ਸਪੈਸੀਫਿਕ ਕ੍ਰੌਪ ਏਰੀਆ ਨੂੰ ਲੈ ਕੇ, ਜਿਵੇਂ ਕਿ ਕਹਿ ਸਕਦੇ ਹਾਂ ਕਿ ਆ ਚਮਕੌਰ ਖੇਤਰ ਦੇ ਵਿੱਚ ਜਿਵੇਂ ਮੱਕੀ ਦੀ ਫਸਲ ਨੂੰ ਲੈ ਕੇ ਇਹ FPO ਬਣਾਇਆ ਗਿਆ ਹੈ, ਜਿਸ ਦੇ ਵਿੱਚ 300 ਮੈਂਬਰ ਸ਼ਾਮਿਲ ਹੋਣਗੇ, ਜਿਸ ਦੇ ਵਿੱਚ ਸਾਰੇ ਹੀ ਕਿਸਾਨ ਹੋਣਗੇ। ਉਹਨਾਂ ਦੀ ਖੁਦ ਕੀ ਆਪਣੀ ਸਾਂਝੇਦਾਰੀ ਦੇ ਵਿੱਚ ਇਹ FPO ਕੰਮ ਕਰੂਗਾ ਔਰ ਇਹ ਇਸ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇਹ ਸਕੀਮ ਹੈ, ਇਸ ਦੇ ਤਹਿਤ ਇਹਨਾਂ ਨੂੰ ਕ੍ਰੈਡਿਟ ਲੋਨਿੰਗ ਵੀ ਹੋਏਗੀ, ਕਰੋੜਾਂ रुपए ਦੇ ਵਿੱਚ ਇਹਨਾਂ ਦੇ ਗ੍ਰਾਂਟਾਂ ਜਾਰੀ होंगी और जिवें जिवें ये आगे बढ़ता जाएगा, जिवें जिवें इनका क्रेडिट क्रिएशन होता रहेगा, आगे आगे इन्होंने होर इसके अंदर प्रोसेसिंग यूनिट, बाकी पैकेजिंग यूनिट, मार्केटिंग यूनिट वगैरह इस तरह की चीज़ें भी ऐड करती जानी है। तो इससे सीधा फायदा किसान नूं होएगा, सीधा जिहड़ा इसका प्रॉफिट है वो किसानां दे नाल ही शेयर होएगा, उन्हां दे कमेटी वालों ही शेयर होना। ਇਸ ਦੇ ਵਿੱਚ ਜਿਹੜਾ ਹੈਂਡ ਹੋਲਡਿੰਗ ਜਿਵੇਂ ਕਹਿ ਸਕਦੇ ਹੈਗੇ, ਜੇ ਉਹਨਾਂ ਦੀ ਐਕਸਪਰਟੀਜ਼ ਜੋ ਦੇਣਾ ਹੈਗਾ, ਜੋ ਉਹਨਾਂ ਨੂੰ ਗਾਈਡ ਕਰ ਸਕੇ, ਉਸ ਦੇ ਵਾਸਤੇ ਇੱਕ ਸੰਸਥਾ ਹੈਗੀ ਜਿਨ੍ਹਾਂ ਨੂੰ ਇਹ ਕੰਮ ਦਿੱਤਾ ਗਿਆ ਹੈਗਾ ਨਾਬਾਰਡ ਵੱਲੋਂ। ਉਹ ਇਹ ਹੈਂਡ ਹੋਲਡਿੰਗ ਕਰਨਗੇ, ਲੇਕਿਨ ਜਿਹੜੀ ਅਸਲੀ ਇਸ ਦੇ ਵਿੱਚ ਓਨਰਸ ਨੇ, ਅਸਲੀ ਜਿਹੜੇ ਇਸ ਦੇ ਵਿੱਚ ਹੱਕਦਾਰ ਨੇ, ਉਹ ਕਿਸਾਨ ਹੀ ਰਹਿਣਗੇ। ਬਿਲਕੁਲ ਜੀ, ਇਸ ਦੇ ਵਿੱਚ ਜਿਹੜਾ ਵੀ ਮਾਰਕੀਟਿੰਗ ਪ੍ਰੋਡਕਸ਼ਨ ਆਗੇ ਜਿਹੜਾ ਖਰੀਦ ਫਰੋਖ ਦਾ ਜੋ ਵੀ ਹੋਏਗਾ, ਜਿਵੇਂ ਪੈਕੇजिंग ਵਗੈਰਾ ਕੁਝ ਕਰਕੇ, ਇੱਕ ਤਾਂ ਇਹ ਸਾਰੇ ਪ੍ਰੋਸੈਸਿੰਗ ਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਰਹੂਗੀ ਤੇ ਸਾਥ ਹੀ ਜਿਹੜਾ ਵੀ ਟਰਨਓਵਰ ਹੋਏਗਾ ਉਹ ਵੀ ਇਹਨਾਂ ਦੇ ਵਿੱਚੋਂ ਹੀ ਡਿਸਟ੍ਰੀਬਿਊਟ ਹੋਣਾ ਹੈ। तो इसका सीधा फायदा, सीधा प्रॉफिट जो भी होएगा FPO ਦਾ ਉਹ ਕਿਸਾਨਾਂ ਨੂੰ ਮਿਲਣਾ है। इसके साथ किथे भी डायरेक्ट लिंकेज, चाहे कॉन्ट्रैक्ट फार्मिंग राही, चाहे खुद के अपने अग्रीमेंट्स राही, इन्हां नूं पूरी खुली छूट होगी ताकि ये बिल्कुल अच्छे से अच्छे दाम के ऊपर अपनी फसल बेच सकन। तो एक इन्हां दी क्वालिटी मेनटेन करन दा भी होएगा इसके अंदर, जिसके अंदर बाकायदा जो कंपनी इन्हां नूं हैंड होल्डिंग करिएगी सारा कुछ दसूगी
कि क्वालिटी मेंटेन रहेगी, साथ में एग्रीमेंट्स होंगे और सीधा ਜਿਹੜਾ ਰੇਟ ਹੈਗਾ ਉਹ ਐਫਪੀਓ ਡਿਸਾਈਡ ਕਰੂਗਾ। ਔਰ ਜਿਵੇਂ ਮੈਂ ਕਹਿ ਸਕਦੀ ਹਾਂ ਜੋ ਹੋਰ ਵੀ ਐਫਪੀਓ ਜੋ ਰੂਪਨਗਰ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਨੇ ਉਹ ਅੱਜ ਕਰੋੜਾਂ ਦੇ ਟਰਨਓਵਰ ਉਹਨਾਂ ਦੀ ਹੈਗੀ ਪੂਰੇ ਸਾਲ ਦੀ। ਤਾਂ ਇਹ ਸਿੱਧੇ ਤੌਰ ਤੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਕਿ ਅਗਰ ਸਾਨੂੰ ਥੋੜਾ ਸਮੇਂ ਇਸ ਦੇ ਵਿੱਚ ਦਿੱਤਾ ਜਾਵੇ 3-4 ਸਾਲ ਦੇ ਵਿੱਚ ਇਹ ਐਫਪੀਓ ਵੀ ਉਸੇ ਲੈਵਲ ਤੇ ਆਉਣ ਦਾ ਪੂਰਾ ਕਾਬਿਲ ਹੋਵੇਗਾ। नहीं जी, बिल्कुल भी नहीं, क्योंकि ये सीधे जिवें कह सकते हैं सरकारी खरीद नहीं, ये पूरा मार्केट लिंकेज होएगा और सीधे इस सबसे ज़्यादा जिस कह सकते हैं कि प्राइस डिस्कवरी जिवें करते हैं मार्केट ਦੇ ਵਿੱਚ ਇੱਥੇ ਦਾ ਕਿਸਾਨ ਜਾ ਕੇ ਸਾਊਥ ਦੇ ਵਿੱਚ ਵੀ ਇਹ ਐਫਪੀਓ ਵੇਚ ਸਕਦਾ ਹੈਗਾ। ਉਹ ਲਿੰਕੇਜ ਇਸ ਤਰ੍ਹਾਂ ਦੇ ਹੋਣਗੇ ਕਿ ਇਹਨਾਂ ਨੂੰ ਬੈਸਟ ਸੇ ਬੈਸਟ ਜਿਹੜਾ ਹੈਗਾ ਪ੍ਰਾਈਸ ਉਹ ਐਕਸਪੋਰਟ ਕਰ ਸਕਦਾ ਹੈ।